ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਖਬਰਾਂ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਸੋਨੀਆ ਗਾਂਧੀ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਤਲਬ ਕੀਤਾ ਗਿਆ। ਕੀ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਮਿਲ ਸਕਦਾ ਹੈ? ਕਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਅਹੁਦੇ ਦੇ ਲਈ ਰਾਜੀ ਕੀਤਾ ਜਾਂਦਾ ਹੈ? ਕੀ 2022 ਦੇ ਲਈ ਇਹਨਾਂ ਦੋਵਾਂ ਨੇਤਾਵਾਂ ਦੇ ਨਾਲ ਸੋਨੀਆ ਗਾਂਧੀ ਦੇ ਵੱਲੋਂ ਰਣਨੀਤੀ ਬਣਾਈ ਜਾਂਦੀ ਹੈ? ਕੀ ਨਵੀਂ ਰਣਨੀਤੀ ਘੜੀ ਜਾਂਦੀ ਹੈ? ਕਿਵੇਂ ਦੋਵਾਂ ਨੂੰ ਇੱਕੋ ਰਾਹ ਤੇ ਤੋਰਨਾ ਹੈ? ਇਹ ਜਿਹੜੀ ਸਾਰੀ ਸਥਿਤੀ ਹੈ ਇਸ ਮੀਟਿੰਗ ਤੋਂ ਬਾਅਦ ਸਪਸ਼ਟ ਹੋ ਜਾਵੇਗੀ। ਪਰ ਉਸ ਤੋਂ ਪਹਿਲਾਂ ਸਥਿਤੀ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਕੀ ਜਾਵੇਗਾ, ਕੈਪਟਨ ਅਮਰਿੰਦਰ ਸਿੰਘ ਨੂੰ ਉਸ ਲਈ ਰਾਜੀ ਕਿਵੇਂ ਕੀਤਾ ਜਾਵੇਗਾ, ਕੀ ਦਿੱਤਾ ਜਾਵੇਗਾ, ਇਸ ਤੇ ਵੀ ਗੱਲਬਾਤ ਕਰਾਂਗੇ। ਇੱਕ ਗੱਲ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਉਸ ਮੀਟਿੰਗ ਦੇ ਵਿੱਚ ਜਿਹੜਾ ਏਜੰਡਾ ਉਹ ਕੀ ਰਹਿਣ ਵਾਲਾ ਹੈ ਤੇ ਕਿਸ ਤਰੀਕੇ ਦੇ ਨਾਲ ਸੋਨੀਆ ਗਾਂਧੀ ਦੇ ਵੱਲੋਂ ਇੱਕ ਰਸਤੇ ਤੇ ਇਹਨਾਂ ਨੂੰ ਤੋਰਿਆ ਜਾਣਾ ਹੈ ਤੇ ਕੀ ਕੁਝ ਇਹਨਾਂ ਦੇ ਸਾਹਮਣੇ ਜਿਹੜੀਆਂ परिस्थितियां बनाई जाएगियां ਜਾਂ ਇਹਨਾਂ ਦੇ ਸਾਹਮਣੇ ਆਫਰਾਂ ਰੱਖੀਆਂ ਜਾਣਗੀਆਂ ਕਿ ਤੁਸੀਂ ਇਸ ਤਰੀਕੇ ਨਾਲ ਚੱਲਣਾ। ਇੱਕ ਇੱਕ ਕਰਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਦਾ ਪਤਾ ਲੱਗਿਆ ਕਿ 20 ਤਰੀਕ ਨੂੰ ਸਾਨੂੰ ਦਿੱਲੀ ਬੁਲਾਇਆ ਗਿਆ ਤਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਆਪਣੇ ਸਿਸਮਾਂ ਵਾਲੇ ਫਾਰਮ ਹਾਊਸ ਦੇ ਉੱਪਰ ਵਿਧਾਇਕਾਂ ਅਤੇ ਮੰਤਰੀਆਂ ਤੇ ਐਮਪੀਜ਼ ਦੇ ਨਾਲ ਮੀਟਿੰਗਾਂ ਕਰ ਰਹੇ ਨੇ। ਕਿਉਂ ਇਹ ਮੀਟਿੰਗਾਂ ਕਰਨੀਆਂ ਪੈ ਰਹੀਆਂ ਕੈਪਟਨ ਅਮਰਿੰਦਰ ਸਿੰਘ ਨੂੰ? ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਨਸੂਆ ਨੇ ਕਿ ਇਹੀ ਵਿਧਾਇਕ ਅਤੇ ਮੰਤਰੀ 20 ਜੂਨ ਤੋਂ ਬਾਅਦ ਅੱਗੇ ਜਾ ਕੇ ਮੇਰੇ ਸਿੱਧੇ ਤੌਰ ਤੇ ਖਿਲਾਫ ਹੋ ਸਕਦੇ ਨੇ? ਕਿ ਬਗਾਵਤ ਰੋਕਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਇਹਨਾਂ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਜਾਂ ਫਿਰ ਇਸ ਦੇ ਪਿੱਛੇ ਰਣਨੀਤੀ ਕੁਝ ਹੋਰ ਹੈ? ਇਸ ਸੰਬੰਧਿਤ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਕਰਾਂਗੇ ਪ੍ਰੋਗਰਾਮ ਦੀ ਸ਼ੁਰੂਆਤ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਬੁਲਾਇਆ ਗਿਆ, ਤਲਬ ਕੀਤਾ ਗਿਆ। ਆਪਸੀ ਕਾਟੋ ਕਲੇਸ਼ ਸੀ, ਹਾਈ ਕਮਾਂਡ ਦੇ ਵੱਲੋਂ ਕਮੇਟੀ ਬਣਾਈ ਗਈ ਸੀ, ਉਹਦੇ ਵੱਲੋਂ ਰਿਪੋਰਟ ਸੌਂਪੀ ਗਈ ਸੀ। ਰਿਪੋਰਟ ਸੌਂਪਣ ਤੋਂ ਬਾਅਦ ਖੜਗੇ ਕਮੇਟੀ ਦੇ ਵੱਲੋਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਰਾਹੁਲ ਗਾਂਧੀ ਦੇ ਵੱਲੋਂ ਸੋਨੀਆ ਗਾਂਧੀ ਨੂੰ ਮਿਲ ਕੇ ਜਿਹੜੀਆਂ ਸਾਰੀ ਗੱਲਬਾਤ ਦੱਸੀ ਗਈ ਤੇ ਹੁਣ ਸੋਨੀਆ ਗਾਂਧੀ ਦੇ ਵੱਲੋਂ ਦੋਵਾਂ ਨੂੰ ਬੁਲਾਇਆ ਗਿਆ। ਕਿਵੇਂ ਦੇਖਦੇ ਹੋ, ਕਿਹੋ ਜਿਹੀਆਂ ਪਰਿਸਥਿਤੀਆਂ ਰਹਿਣ ਵਾਲੀਆਂ? ਸੁਖਵਿੰਦਰ ਜੀ, ਜਿਵੇਂ ਆਪਾਂ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਕਾਂਗਰਸ ਦੇ ਵਿੱਚ ਬੜਾ ਵੱਡਾ ਖਿਲਾਰਾ ਪੈ ਚੁੱਕਿਆ ਹੈ ਔਰ ਇਹ ਖਿਲਾਰੇ ਦਾ ਵੱਡਾ ਕਾਰਨ ਇਹ ਸੀਗਾ ਕਿ 22 ਦੀਆਂ ਚੋਣਾਂ ਦੇ ਵਿੱਚ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇ। ਉਹਦੇ ਵਿੱਚ ਕੈਪਟਨ ਸਾਹਿਬ ਨੂੰ ਲੱਗਦਾ ਸੀਗਾ ਕਿ ਮੈਂ ਕਿਉਂਕਿ ਬਹੁਤ ਵਧੀਆ ਕੰਮ ਕੀਤੇ ਨੇ, ਉਹਨਾਂ ਨੇ ਬਾਰ-ਬਾਰ ਕਿਹਾ ਕਿ ਮੈਂ 85% ਵਾਅਦੇ ਵੀ ਪੂਰੇ ਕਰਤੇ ਔਰ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਦੁਬਾਰਾ ਜਿਹੜਾ ਹੈਗਾ 22 ਦੇ ਵਿੱਚ ਚਿਹਰਾ ਬਣ ਸਕਦਾ। ਪਰ ਇੱਕ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕੈਪਟਨ ਸਾਹਿਬ ਦੀ 4.5 ਸਾਲ ਦੀ ਕਾਰਗੁਜ਼ਾਰੀ, ਉਹਦੇ ਤੋਂ ਇਸ ਵੇਲੇ ਪੰਜਾਬ ਦਾ ਬੱਚਾ ਜਾਣੂ ਹੈ ਔਰ ਉਹਨਾਂ ਨੇ, ਕੈਪਟਨ ਸਾਹਿਬ ਨੇ ਕਿਸੇ ਵੇਲੇ ਇਹ ਵੀ ਕਿਹਾ ਸੀਗਾ ਕਿ ਇਹ ਮੇਰੀ ਆਖਰੀ ਪਾਰੀ ਹੋਏਗੀ ਔਰ ਇਸ ਤੋਂ ਬਾਅਦ ਮੈਂ ਚੋਣ ਨਹੀਂ ਲੜਾਂਗਾ ਔਰ ਮੈਨੂੰ ਤੁਸੀਂ ਇਸ ਵਾਰੀ ਜਿਤਾ ਕੇ ਮੁੱਖ ਮੰਤਰੀ ਬਣਾ ਦਿਓ। ਸੋ ਦੂਜੇ ਪਾਸੇ ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਵੱਲ ਉਹਨਾਂ ਦੀ 4.5 ਸਾਲ ਦੀ ਕਾਰਗੁਜ਼ਾਰੀ ਵੱਲ ਵੇਖਦੇ ਹਾਂ ਤਾਂ ਉਹਨਾਂ ਨੇ ਲਗਾਤਾਰ ਕੈਪਟਨ ਸਾਹਿਬ ਦੀਆਂ ਕਮਜ਼ੋਰੀਆਂ ਦੇ ਉੱਤੇ, ਕੈਪਟਨ ਸਾਹਿਬ ਦੇ ਜੋ ਵਾਅਦੇ ਅਧੂਰੇ ਰਹਿ ਗਏ ਸੀਗੇ ਉਹਨਾਂ ਦੇ ਉੱਤੇ ਲਗਾਤਾਰ ਉਹਨਾਂ ਨੇ ਤੰਜ਼ ਵੀ ਕਸੀ ਔਰ ਆਪਣੀ ਜੋ ਜ਼ਿੰਮੇਵਾਰੀ ਨਿਭਾਉਣ ਦੀ ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਸੀਗੀ ਉਹ ਵੀ ਉਹਨਾਂ ਨੇ ਨਿਭਾਈ ਔਰ ਇਸ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਉਹਨਾਂ ਦਾ ਕੈਬਨਿਟ ਮੰਤਰੀ ਦਾ ਅਹੁਦਾ ਵੀ ਜਿਹੜਾ ਹੈਗਾ ਉਹ ਚਲਾ ਗਿਆ ਲਗਭਗ 2 ਸਾਲ ਪਹਿਲਾਂ। ਸੋ ਉਸ ਤੋਂ ਬਾਅਦ ਲੜਾਈ ਜਿਹੜੀ ਹੈਗੀ ਹੋਰ ਤੇਜ਼ ਹੋਈ ਔਰ ਲਗਾਤਾਰ ਪਿਛਲੇ 6 ਮਹੀਨਿਆਂ ਤੋਂ ਜਦੋਂ ਅਸੀਂ ਦੇਖ ਰਹੇ ਹਾਂ ਲਗਾਤਾਰ ਨਵਜੋਤ ਸਿੰਘ ਸਿੱਧੂ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਔਰ ਚਾਹੇ ਨਸ਼ਿਆਂ ਦੇ ਮੁੱਦੇ ਤੇ ਹੋਵੇ, ਚਾਹੇ ਉਹ ਮਾਫੀਆ ਦਾ ਮੁੱਦਾ ਹੋਵੇ, ਚਾਹੇ ਉਹ ਕਿਸਾਨਾਂ ਦੀ ਕਰਜ਼ ਮਾਫੀ ਦਾ ਜਾਂ ਕਿਸਾਨਾਂ ਦੇ ਹੋਰ ਵੱਡੇ ਮਸਲੇ ਹੋਣ। ਸੋ ਲਗਾਤਾਰ ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮਸਲੇ, ਪੰਜਾਬ ਦੇ ਦੁੱਖ ਜਿਹੜੇ ਨੇ ਇਸ ਵੇਲੇ ਉਹਨਾਂ ਨੂੰ ਲੋਕਾਂ ਦੇ ਨਾਲ ਸਾਂਝਾ ਕਰ ਰਹੇ ਨੇ ਔਰ ਉਹਨਾਂ ਨੂੰ ਹੱਲ ਕਰਨ ਦੀ ਜਿਹੜੀ ਹੈਗੀ ਹੈ ਉਹ ਵੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੂੰ ਇੱਕ ਪਲੈਨਿੰਗ ਦੇ ਰਹੇ ਨੇ ਕਿ ਇਹ ਮਸਲੇ ਕਿਵੇਂ ਹੱਲ ਹੋ ਸਕਦੇ ਨੇ, ਚਾਹੇ ਉਹ ਬਰਗਾੜੀ ਕਾਂਡ ਦਾ ਮਸਲਾ ਹੋਵੇ, ਚਾਹੇ ਹੋਰ ਵੱਡੇ ਤੋਂ ਵੱਡੇ ਜਿਹੜੇ ਨੇ ਮਸਲੇ ਹੋਣ। ਉਹਨਾਂ ਨੇ ਆਪਣੀ ਪੂਰੀ ਤਨਦੇਹੀ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿ 22 ਦਾ ਚਿਹਰਾ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਬਣਾਇਆ ਜਾਵੇ। ਇੱਥੇ ਗੱਲ ਅੜਕੀ ਹੋਈ ਹੈ। ਹੁਣ ਦੋਵਾਂ ਨੂੰ 20 ਤਰੀਕ ਨੂੰ ਜਿਹੜੀ ਆਉਣ ਵਾਲੀ ਸੰਡੇ ਹੈ, ਐਤਵਾਰ ਹੈ, ਉਹਨਾਂ ਸੋਨੀਆ ਜੀ ਨੇ ਉਹਨਾਂ ਨੂੰ ਬੁਲਾਇਆ ਹੈ ਔਰ ਹੋ ਸਕਦਾ ਹੈ ਕਿ ਦੋਵਾਂ ਨੂੰ
ਆਮਣੇ ਸਾਹਮਣੇ ਬਿਠਾ ਕੇ ਗੱਲ ਹੋਵੇ ਔਰ 22 ਦੇ ਵਿੱਚ ਕਿਹਦਾ ਕਿਹੜਾ ਚਿਹਰਾ ਬਣੇਗਾ ਉਹਦੇ ਬਾਰੇ ਜਿਹੜੀ ਹੈਗੀ ਹੈ ਬਿਲਕੁਲ ਸਾਫ਼ ਸਪਸ਼ਟ ਹੋਣਾ ਚਾਹੀਦਾ ਹੈ। ਇਹਦੇ ਬਾਰੇ ਗੱਲ ਹੋਏਗੀ। ਤੋ ਦੂਜੇ ਪਾਸੇ ਕੈਪਟਨ ਸਾਹਿਬ ਕੀ ਕਰ ਰਹੇ ਨੇ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੋਰਡ ਲਗਾ ਰਹੇ ਨੇ ਉਹਦੇ ਵਿੱਚ ਲਿਖਾਇਆ ਜਾ ਰਿਹਾ ਕਿ ਸਭ ਦਾ ਸਾਂਝਾ ਨਾਰਾ ਕੈਪਟਨ ਦੁਬਾਰਾ। ਸੋ ਇਸ ਕਰਕੇ ਆਪਣੇ ਆਪ ਨੂੰ ਪੇਸ਼ ਹਾਂ ਆਪਣੇ ਆਪ ਨੂੰ ਕੈਪਟਨ ਸਾਹਿਬ 22 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਉਹਨੂੰ ਲਿਆਉਣ ਦੀ ਆਪਣੇ ਆਪ ਨੂੰ ਕੋਸ਼ਿਸ਼ ਕਰ ਰਹੇ ਨੇ। ਸੋ ਦੋਨਾਂ ਦੀ ਇੱਥੇ ਜਿਹੜੀ ਹੈਗੀ ਆ ਸੂਈ ਅਟਕੀ ਹੋਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਦੋਨਾਂ ਚੋਂ ਕਿਹੜਾ ਕਾਮਯਾਬ ਹੋਏਗਾ ਔਰ ਕਿਹਦੀਆਂ ਸੰਭਾਵਨਾਵਾਂ ਜ਼ਿਆਦਾ ਨੇ। ਹੁਣ ਅਸੀਂ ਦੇਖਦੇ ਹਾਂ ਕਿ ਡਾਕਟਰ ਸਾਹਿਬ ਉਸ ਤੋਂ ਪਹਿਲਾਂ ਗੱਲ ਇਹ ਹੈ ਕਿ ਇਸ ਟਰਮ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੋਰ ਹੈ ਕਿ ਹਟਾਇਆ ਨਹੀਂ ਜਾਵੇਗਾ। ਜੇਕਰ ਕੋਈ ਫੇਰ ਬਦਲ ਹੁੰਦਾ ਵੀ ਹੈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਤਾਂ 2022 ਤੋਂ ਪਹਿਲਾਂ ਇਸ ਟਰਮ ਤੋਂ ਖਤਮ ਹੋਣ ਤੋਂ ਪਹਿਲਾਂ ਜਿਹੜਾ ਨਹੀਂ ਹੋ ਸਕਦਾ। ਪਰ ਉਸ ਤੋਂ ਪਹਿਲਾਂ ਜਿਹੜੀ ਸਿਫਾਰਿਸ਼ ਕੀਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਹੈ ਜਲਦ ਤੋਂ ਜਲਦ ਕਿਸੇ ਵੱਡੇ ਪਾਰਟੀ ਅਹੁਦੇ ਤੇ ਐਡਜਸਟ ਕੀਤਾ ਜਾਵੇ, ਪਾਰਟੀ ਦੇ ਅੰਦਰ ਐਡਜਸਟ ਕੀਤਾ ਜਾਵੇ। ਨਵਜੋਤ ਸਿੰਘ ਸਿੱਧੂ ਜਿਹੜੇ ਆ ਕੈਪਟਨ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ। ਇਹ ਖੜਗੇ ਕਮੇਟੀ ਦੇ ਵੱਲੋਂ ਸਿਫਾਰਿਸ਼ਾਂ ਜਿਹੜੀਆਂ ਕੀਤੀਆਂ ਗਈਆਂ ਸੀ। ਤਾਂ ਫਿਰ ਇਸ ਤੋਂ ਸਾਫ਼ ਤੇ ਸਪਸ਼ਟ ਇਹੀ ਨਜ਼ਰ ਆਉਂਦਾ ਹੈ ਕਿ ਜੇਕਰ ਉਪ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਨੇ, ਹਾਲਾਂਕਿ ਉਹ ਆਪ ਸਵੀਕਾਰ ਕਰ ਚੁੱਕੇ ਨੇ, ਨਕਾਰ ਚੁੱਕੇ ਨੇ ਇਸ ਆਫਰ ਨੂੰ ਨਵਜੋਤ ਸਿੰਘ ਸਿੱਧੂ, ਪਰ ਫਿਰ ਵੀ ਜੇਕਰ ਆਪਾਂ ਮੰਨ ਕੇ ਚੱਲੀਏ ਕਿ ਉਪ ਮੁੱਖ ਮੰਤਰੀ ਅਹੁਦਾ ਦਿੱਤਾ ਜਾਂਦਾ ਤਾਂ ਵੀ ਕੈਪਟਨ ਦੇ ਥੱਲੇ, ਜੇ ਕੋਈ ਹੋਰ ਮੰਤਰੀ ਮੰਡਲ ਦਾ ਅਹੁਦਾ ਦਿੱਤਾ ਜਾਂਦਾ ਤਾਂ ਵੀ ਕੈਪਟਨ ਦੇ ਥੱਲੇ। ਤਾਂ ਫਿਰ ਇਸ ਤੋਂ ਇਲਾਵਾ ਅਹੁਦਾ ਇੱਕੋ ਹੀ ਬਚਦਾ ਹੈ ਕਾਂਗਰਸ ਦੀ ਪ੍ਰਧਾਨਗੀ ਦਾ। ਕੀ ਕਾਂਗਰਸ ਦੀ ਪ੍ਰਧਾਨਗੀ ਦੇ ਬਾਰੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਜਾ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ 20 ਜੂਨ ਨੂੰ ਤਾਜਪੋਸ਼ੀ ਹੋ ਸਕਦੀ ਹੈ? ਜੇ ਹੋ ਸਕਦੀ ਹੈ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਮੰਨਣਗੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਇਆ ਕਿਵੇਂ ਜਾਏ? ਦੇਖੋ ਸੁਖਵਿੰਦਰ ਜੀ, ਇਹਦੇ ਬਾਰੇ ਸਾਨੂੰ ਥੋੜਾ ਜਿਹਾ ਨਵਜੋਤ ਸਿੰਘ ਸਿੱਧੂ ਦੀ ਸਾਈਕੀ ਨੂੰ ਸਮਝਣ ਦੀ ਲੋੜ ਹੈ। ਨਵਜੋਤ ਸਿੰਘ ਸਿੱਧੂ ਲਗਾਤਾਰ ਇਹ ਗੱਲ ਬਹੁਤ ਜ਼ੋਰ ਨਾਲ ਕਹਿੰਦੇ ਆ ਰਹੇ ਨੇ ਕਿ ਮੈਨੂੰ ਨਾ ਤਾਂ ਪ੍ਰਧਾਨਗੀ ਚਾਹੀਦੀ ਹੈ, ਨਾ ਮੈਨੂੰ ਇਸ ਵੇਲੇ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ, ਨਾ ਮੈਨੂੰ ਉਪ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ। ਉਹਨਾਂ ਨੇ ਕਿਹਾ ਕਿ ਮੇਰੀ ਲੜਾਈ ਮੁੱਦਿਆਂ ਦੀ ਲੜਾਈ ਹੈ, ਮੇਰੀ ਲੜਾਈ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਕਰਾਉਣ ਦੀ ਲੜਾਈ ਹੈ, ਮੇਰੀ ਲੜਾਈ ਜਿਹੜਾ ਇਸ ਵੇਲੇ ਮਾਫੀਆ ਰਾਜ ਚੱਲ ਰਿਹਾ ਉਹਨੂੰ ਖਤਮ ਕਰਨ ਦੀ ਲੜਾਈ ਹੈ, ਮੇਰੀ ਲੜਾਈ ਜਿਹੜਾ ਇਸ ਵੇਲੇ ਪੰਜਾਬ ਦੀ ਕਿਸਾਨੀ ਦਾ ਸੰਕਟ ਹੈ ਉਹਨੂੰ ਹੱਲ ਕਰਨ ਦੀ ਲੜਾਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਇਸ ਗੱਲ ਨੂੰ ਉਠਾਉਂਦੇ ਰਹੇ ਨੇ ਕਿ ਮੈਂ ਕਿਸੇ ਲਾਲਚ ਦੇ ਕਰਕੇ, ਕਿਸੇ ਅਹੁਦੇ ਦੇ ਕਰਕੇ, ਕਿਸੇ ਕੁਰਸੀ ਦੇ ਕਰਕੇ ਪੰਜਾਬ ਦੀ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਇਆ, ਮੈਂ ਪੰਜਾਬ ਦੇ ਭਲੇ ਦੇ ਲਈ ਸ਼ਾਮਲ ਹੋਇਆ। ਸੋ ਇਸ ਕਰਕੇ ਇਸ ਗੱਲ ਨੂੰ ਜਦੋਂ ਅਸੀਂ ਸਮਝਦੇ ਹਾਂ ਤਾਂ ਮਸਲਾ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਦਾ ਨਹੀਂ ਹੈ। ਤੁਸੀਂ ਜਿਵੇਂ ਗੱਲ ਕਰ ਰਹੇ ਹੋ ਇਸ ਵੇਲੇ ਮਸਲਾ ਹੈ ਕਿ ਕੈਪਟਨ ਸਾਹਿਬ ਜਿਹੜੀ ਗੱਲ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ 'ਚ ਜਿਹੜਾ ਹੈਗਾ ਅਸੀਂ ਨਹੀਂ ਰੱਖਣਾ ਚਾਹੁੰਦੇ, ਅਸੀਂ ਉਹਦੇ ਲਈ ਦਰਵਾਜ਼ੇ ਬੰਦ ਕਰ ਦਾਂਗੇ। ਔਰ ਉਹਨਾਂ ਨੇ ਇੱਥੋਂ ਤੱਕ ਵੀ ਗੱਲ ਕਹੀ ਸੀਗੀ ਕਿ ਜੇ ਉਹਨਾਂ ਨੂੰ ਕੋਈ ਲੱਗਦਾ ਕਿ ਆਪਣੀ ਤਾਕਤ ਦੇ ਵਿੱਚ ਜਿਹੜਾ ਹੈਗਾ ਕੋਈ ਜ਼ੋਰ ਹੈ ਤਾਂ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦਾ ਨਿਕਲ ਗਿਆ ਹੋਣਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਜੇਕਰ ਮੁਸ਼ਕਲਾਂ ਖੜੀਆਂ ਹੋਈਆਂ ਨੇ ਤਾਂ ਨਵਜੋਤ ਸਿੰਘ ਸਿੱਧੂ ਦੇ ਕਰਕੇ ਹੋਈਆਂ ਨੇ। ਜੇਕਰ ਪੂਰੀ ਦੀ ਪੂਰੀ ਪੰਜਾਬ ਦੀ ਕਾਂਗਰਸ ਨੂੰ ਉੱਥੇ ਸੱਦਣਾ ਪੈ ਗਿਆ ਸਣੇ ਕੈਪਟਨ ਅਮਰਿੰਦਰ ਸਿੰਘ ਤਾਂ ਉਹ ਵੀ ਨਵਜੋਤ ਸਿੰਘ ਸਿੱਧੂ ਦੀ ਵਜ੍ਹਾ ਕਰਕੇ ਹੋਇਆ। ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਨਜ਼ਦੀਕੀ ਸਾਥੀ ਮੰਤਰੀ ਉਹਨਾਂ ਦਾ ਸਾਥ ਛੱਡ ਗਏ ਨਹੀਂ ਤਾਂ ਵੀ ਨਵਜੋਤ ਸਿੰਘ ਸਿੱਧੂ ਦੇ ਕਰਕੇ ਹੋਇਆ। ਜੇਕਰ ਲੋਕਾਂ ਦੇ ਵਿੱਚ ਥੋੜੀ ਜਿਹੀ ਛਵੀ ਨੂੰ ਧੱਕਾ ਲੱਗਿਆ ਕੈਪਟਨ ਅਮਰਿੰਦਰ ਸਿੰਘ ਦੀ ਨੂੰ ਤਾਂ ਵੀ ਨਵਜੋਤ ਸਿੰਘ ਸਿੱਧੂ ਦੇ ਕਰਕੇ ਹੋਇਆ। ਤਾਂ ਫਿਰ ਇਸ ਬਾਬਤ ਤਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਭੁਲੇਖਾ ਨਿਕਲ ਗਿਆ ਹੋਣਾ ਕਿ ਇਕੱਲਾ ਮੈਂ ਆਪਣੇ ਤੌਰ ਤੇ ਡਿਸੀਜਨ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਲਈ ਦਰਵਾਜ਼ੇ ਬੰਦ ਕਰ ਦੂੰਗਾ, ਸ਼ਾਇਦ ਇਹ ਤਾਂ ਮੁਮਕਿਨ ਕੈਪਟਨ ਅਮਰਿੰਦਰ ਸਿੰਘ ਦੇ ਲਈ ਨਹੀਂ ਹੈ। ਉਹਦਾ ਭੁਲੇਖਾ ਹੁਣ ਨਿਕਲ ਹੀ ਗਿਆ ਹੁਣ। ਦੇਖੋ ਕੱਲੇ ਨਵਜੋਤ ਸਿੰਘ ਸਿੱਧੂ ਲਈ ਦਰਵਾਜ਼ੇ ਬੰਦ ਕਰਨੇ ਦਾ ਭੁਲੇਖਾ ਨਹੀਂ ਨਿਕਲਿਆ, ਉਹਨਾਂ ਨੇ ਬਾਕੀਆਂ ਨੇ ਵੀ ਜਿਹੜੇ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਕੱਲਾ ਰਹਿ ਕੇ ਸੁਸ਼ਮਾ ਫਾਰਮ ਦੇ ਵਿੱਚ ਬੈਠ ਕੇ ਮੈਂ ਪੰਜਾਬ ਦੇ ਡਿਸੀਜਨ ਕਰ ਦਾਂਗਾ ਔਰ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਾਂਗਾ ਔਰ ਇੱਥੋਂ ਤੱਕ ਕਿ ਪੰਜਾਬ ਦੇ ਵਿਧਾਇਕਾਂ ਨੂੰ, ਪੰਜਾਬ ਦੇ ਐਮਪੀਜ਼ ਨੂੰ, ਪੰਜਾਬ ਦੇ ਜਿਹੜੇ ਵੱਡੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਨਾ ਮਿਲ ਕੇ ਜਿਹਨਾਂ ਨੂੰ ਲੱਗਦਾ ਸੀਗਾ ਕਿ ਮੇਰਾ ਇਦਾਂ ਹੀ ਕੰਮ ਚੱਲੀ ਜਾਏਗਾ, ਉਹ ਹੁਣ ਭੁਲੇਖਾ ਇਸ ਲਈ ਦੂਰ ਹੋ ਗਿਆ ਕਿ ਜਿਹੜੀਆਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਆਪਣੀਆਂ ਮਿਲਣੀਆਂ ਸ਼ੁਰੂ ਕੀਤੀਆਂ ਔਰ ਛੋਟੇ ਤੋਂ ਛੋਟੇ ਵਿਧਾਇਕ ਤੋਂ ਲੈ ਕੇ ਉੱਪਰਲੇ ਮਿਨਿਸਟਰਾਂ ਤੱਕ ਨੂੰ ਉਹ ਬੁਲਾ ਰਹੇ ਨੇ। ਸੋ ਇਸ ਕਰਕੇ ਇਹ ਭੁਲੇਖਾ ਵੀ ਉਹਨਾਂ ਨੂੰ ਜਿਹੜਾ ਸੀਗਾ ਕਿ ਬਿਨਾਂ ਮਿਲੀ ਸਾਰਾ ਕੁਝ ਹੋ ਹੀ ਜਾਊਗਾ ਔਰ ਉਹ ਵੀ ਉਹਨਾਂ ਨੂੰ ਕਿਉਂਕਿ ਮਿਲਣਾ ਹੁਣ ਮਜਬੂਰੀ ਹੋ ਗਈ ਉਹਨਾਂ ਦੀ ਔਰ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਉਹ ਜਿਹੜੀਆਂ ਮਿਲਣੀਆਂ ਕਰ ਰਹੇ ਨੇ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਆਪਣੀ ਜਿਹੜੀ ਕਾਰਜਸ਼ੈਲੀ ਦੇ ਉੱਤੇ ਜਿਹੜੇ ਆਪਾਂ ਲਗਾਤਾਰ ਇੱਕ ਸਵਾਲ ਉਠਾਇਆ ਸੀਗਾ
ਕਿ ਭਾਈ ਕੈਪਟਨ ਸਾਹਿਬ ਦੀ ਜਿਹੜੀ ਕਾਰਜਸ਼ੈਲੀ 4.5 ਸਾਲ ਦੀ ਰਹੀ ਆ ਉਹ ਸਹੀ ਨਹੀਂ ਰਹੀ ਔਰ ਉਹਨਾਂ ਨੂੰ ਕਾਰਜਸ਼ੈਲੀ ਬਦਲਣੀ ਪਏਗੀ ਔਰ ਹੁਣ ਬਦਲਣੀ ਪੈ ਰਹੀ ਹੈ। ਪਰ ਮੈਂ ਇਹ ਵੀ ਗੱਲ ਕਹਾਂਗਾ ਆਪਣੇ ਦਰਸ਼ਕਾਂ ਨੂੰ ਕਿ ਇੱਕ ਗਾਣਾ ਹੈ ਹਿੰਦੀ ਦੇ ਵਿੱਚ ਕਿ ਬਹੁਤ ਦੇਰ ਕਰਦੀ ਜਨਾਬ ਆਤੇ ਆਤੇ, ਇਹਨਾਂ ਨੂੰ ਹੁਣ 4.5 ਸਾਲ ਜਿਹੜੇ ਬੀਤਣ ਤੋਂ ਬਾਅਦ ਜੇ ਅੱਜ ਉਹ ਮਿਲਣੀਆਂ ਕਰ ਰਹੇ ਨੇ, ਅੱਜ ਉਹ ਇਦਾਂ ਦੀਆਂ ਗੱਲਾਂ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਈਡ ਤੇ ਚਲੇ ਗਏ ਕਿ ਮੈਂ ਇਹ ਚਾਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੀਆਂ ਗੱਲਾਂ ਜਿਹੜੀਆਂ 20 ਜੂਨ ਨੂੰ ਹੋ ਸਕਦੀਆਂ ਨੇ, ਜੇਕਰ ਹੋ ਸਕਦੀਆਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਰਾਜੀ ਕਿਵੇਂ ਕੀਤਾ ਜਾਊਗਾ? ਸੁਖਵਿੰਦਰ ਜੀ ਦੇਖੋ, ਆਪਾਂ ਨੂੰ ਕਈ ਵਾਰੀ ਲੱਗਦਾ ਕਿ ਇੱਕ ਤਲਵਾਰ ਦੇ ਵਿੱਚ ਇੱਕ ਬਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ। ਸੋ ਇਸ ਕਰਕੇ ਜਿੰਨੀ ਦੇਰ ਕੈਪਟਨ ਸਾਹਿਬ ਪੰਜਾਬ ਦੀ ਕਾਂਗਰਸ ਦੇ ਵਿੱਚ ਜਿੰਨੀ ਦੇਰ ਉਹਨਾਂ ਦਾ ਦਬਦਬਾ ਹੈ, ਉਹਨਾਂ ਨੂੰ ਲੱਗਦਾ ਹੈ ਕਿ ਮੈਂ ਕੈਪਟਨ ਹਾਂ, ਉਨੀ ਦੇਰ ਉਹ ਕਦੇ ਵੀ, ਇਹੀ ਮੈਂ ਗੱਲ ਕਹਿਣੀ ਚਾਹੁੰਦਾ ਸੀ ਪਹਿਲਾਂ, ਸ਼ਾਇਦ ਉਹ ਨਿਕਲ ਗਿਆ ਕੈਪਟਨ ਦਾ। ਨਹੀਂ ਏਦਾਂ ਨਹੀਂ ਹੈ। ਉਹਦੇ ਵਿੱਚ ਕੀ ਹੋ ਰਿਹਾ ਕਿ ਕੈਪਟਨ ਸਾਹਿਬ ਜਿੰਨੀ ਦੇਰ ਰਹਿਣਗੇ ਮੁੱਖ ਮੰਤਰੀ ਦੇ ਤੌਰ ਤੇ, ਉਨੀ ਦੇਰ ਪ੍ਰਧਾਨਗੀ ਦੇ ਵਿੱਚ ਕਦੇ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਬਰਦਾਸ਼ਤ ਨਹੀਂ ਕਰਨਗੇ, ਉਹਨਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਨੂੰ ਜਿਹੜੇ 6-7 ਮਹੀਨੇ ਰਹਿੰਦੇ ਨੇ, ਉਹਨਾਂ ਨੂੰ ਪੂਰੀ ਕੋਸ਼ਿਸ਼ ਲਾ ਦੇਣੀ ਹੈ ਉਹਨਾਂ ਨੇ ਕਿ ਇਹ ਫੇਲ ਕਰਾ ਕੇ ਇਹਨਾਂ ਨੂੰ ਬਾਈ ਦਾ ਚਿਹਰਾ ਫੇਰ ਮੈਂ ਬਣ ਜਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਕਦੇ ਵੀ ਮੈਨੂੰ ਨਹੀਂ ਲੱਗਦਾ ਕਿ ਉਹ ਏਦਾਂ ਦੀ ਪੋਲਿਟਿਕਸ, ਉਹ ਪੋਲੀਟੀਸ਼ੀਅਨ ਨੇ ਕਿ ਏਦਾਂ ਦੇ ਲਾਲਚ ਵਿੱਚ ਫਸ ਕੇ ਉਹ ਜਾਲ ਦੇ ਵਿੱਚ ਆ ਜਾਣਗੇ। ਇਸ ਕਰਕੇ ਕੀ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਮੈਨੂੰ ਇਹ ਜੋ ਲੱਗ ਰਿਹਾ ਕਿ ਨਹੀਂ, ਏਦਾਂ ਦੀ ਜਿਹੜੀ ਪ੍ਰਧਾਨਗੀ ਉਹ ਨਹੀਂ ਲੈਣਗੇ, ਨਾ ਕੋਈ ਹੋਰ ਅਹੁਦਾ ਲੈਣਗੇ। ਉਹ ਸਿਰਫ ਇਸ ਵੇਲੇ ਚਾਹਣਗੇ ਕਿ ਮੈਨੂੰ ਬਾਈ ਦਾ ਚਿਹਰਾ ਜਿਹੜਾ ਹੈਗਾ ਜ਼ਰੂਰ ਬਣਾਇਆ ਜਾਵੇ ਔਰ ਇਹ ਜਿਹੜੇ ਪੁਰਾਣੇ ਬੰਦੇ ਨੇ ਇਹਨਾਂ ਦੀ ਬਜਾਏ ਨਵੇਂ ਬੰਦੇ ਜਿਹੜੇ ਨੇ ਉਹ ਲਿਆਂਦੇ ਜਾਣ। ਸੋ ਇੱਥੇ ਤੱਕ ਤਾਂ ਜਿਹੜਾ ਹੈਗਾ ਸਮਝੌਤਾ ਹੋ ਸਕਦਾ ਹੈ। ਪਰ ਜੇ ਆਪਾਂ ਕਹੀਏ ਕਿ ਹੁਣ ਉਹਨਾਂ ਨੂੰ ਪ੍ਰਧਾਨ ਬਣਾ ਦੇਣਗੇ, ਹੁਣ ਉਹਨਾਂ ਨੂੰ ਕੋਈ ਉਪ ਮੁੱਖ ਮੰਤਰੀ ਬਣਾ ਦੇਣਗੇ ਜਾਂ ਹੋਰ ਕੁਝ ਬਣਾਉਣਗੇ, ਵੱਡਾ ਅਹੁਦਾ ਕੋਈ ਦੇਣਗੇ, ਇਹਦੇ ਵਿੱਚ ਜਿਹੜਾ ਹੈਗਾ ਉਹ ਜੇ ਲੈਣਗੇ ਵੀ ਮੰਨ ਲਓ ਨਵਜੋਤ ਸਿੰਘ ਸਿੱਧੂ ਏਦਾਂ ਦੀ ਕੋਈ ਜਿਹੜੀ ਪਦਵੀ ਜਾਂ ਅਹੁਦਾ, ਤਾਂ ਉਹਦੇ ਵਿੱਚ ਫਸਣ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ ਕਿਉਂਕਿ 6-8 ਮਹੀਨੇ ਰਹਿੰਦੇ ਨੇ ਹਜੇ ਇਲੈਕਸ਼ਨਸ ਨੂੰ ਔਰ ਉਹਦੇ ਵਿੱਚ ਐਕਸਪੋਜ਼ ਹੋਣ ਦੀਆਂ ਜਿਹੜੀਆਂ ਨੇ ਇਹ ਜਿਹੜੇ ਸਾਰੀ ਕੈਪਟਨ ਸਾਹਿਬ ਦੀ ਕੋਟਰੀ ਹੈ ਜਾਂ ਪ੍ਰਤਾਪ ਸਿੰਘ ਬਾਜਵਾ, ਕਦੇ ਵੀ ਪ੍ਰਤਾਪ ਸਿੰਘ ਬਾਜਵਾ ਕੈਪਟਨ ਸਾਹਿਬ ਨੂੰ ਜਾਂ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਉਹਨਾਂ ਨੂੰ ਪ੍ਰਧਾਨ ਲਾਇਆ ਜਾਵੇ ਜਾਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਇਆ ਜਾਵੇ। ਪਰ ਡਾਕਟਰ ਸਾਹਿਬ ਗੱਲ ਇਹ ਵੀ ਹੈ ਕਿ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਲਈ, ਕਿਉਂਕਿ ਪਹਿਲਾ ਵੱਡਾ ਨਾਂ ਸੀ ਕੈਪਟਨ ਅਮਰਿੰਦਰ ਸਿੰਘ ਦੇ ਕਹੀ ਜਾ ਰਹੀ ਸੀ ਕਿ ਜੇਕਰ ਕੈਪਟਨ ਅੱਗੇ ਲੱਗਣਗੇ ਤਾਂ ਸਰਕਾਰ ਬਣੇਗੀ, ਤਾਂ ਉਹੀ ਗੱਲਾਂ ਹੁਣ ਕਹੀਆਂ ਜਾ ਰਹੀਆਂ ਨੇ ਕਿ ਜੇਕਰ ਨਵਜੋਤ ਸਿੰਘ ਸਿੱਧੂ ਅੱਗੇ ਲੱਗਣਗੇ ਤਾਂ ਸਰਕਾਰ ਬਣੇਗੀ ਜਾਂ ਫਿਰ ਹੋਰ ਵੀ ਪ੍ਰਧਾਨਗੀ ਉਹਦੇ ਤੋਂ ਹਟਾਇਆ ਜਾ ਸਕਦਾ। ਜਿਵੇਂ ਸਿੰਘ ਜਾਖੜ ਨੂੰ ਆਪਾਂ ਗੱਲਬਾਤ ਕਰਦੇ ਰਹੇ ਹਾਂ ਕਿ ਸਿਰਫ ਔਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਕਰਕੇ ਬਾਕੀ ਪਾਰਟੀ ਦੇ ਲੀਡਰਾਂ ਨੂੰ ਕਾਂਗਰਸ ਹਾਈਕਮਾਨ ਨਾਰਾਜ਼ ਕਰੇਗੀ। ਸੁਖਜਿੰਦਰ ਸਿੰਘ ਰੰਧਾਵਾ ਵੱਡਾ ਨਾਮ ਕਾਂਗਰਸ ਦਾ, ਚਰਨਜੀਤ ਸਿੰਘ ਚੰਨੀ ਉਹ ਵੀ ਵੱਡਾ ਨਾਮ ਹੀ ਨੇ, ਪਰ ਉਸ ਤੋਂ ਵੀ ਵੱਡੇ ਨਾਮ ਸ਼ਮਸ਼ੇਰ ਸਿੰਘ ਦੂਲੋ, ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਹੋਰ ਵੀ ਬਹੁਤ ਲੰਬੀ ਲਿਸਟ ਹੈ ਕਿ ਇਹਨਾਂ ਸਾਰਿਆਂ ਨੂੰ ਸਿਰਫ ਔਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਕਰਕੇ ਨਾਰਾਜ਼ ਕੀਤਾ ਜਾ ਸਕਦਾ। ਸੁਖਵਿੰਦਰ ਜੀ ਬਿਲਕੁਲ ਆਪਾਂ ਨੂੰ ਥੋੜਾ ਜਿਹਾ ਜੇ ਆਪਾਂ ਹਿਸਟਰੀ ਦੇਖਾਂਗੇ ਨਾ ਪੰਜਾਬ ਦੇ ਕਾਂਗਰਸ ਦੀ, ਤਾਂ ਕਿਸੇ ਵੇਲੇ ਜਦੋਂ ਪ੍ਰਤਾਪ ਸਿੰਘ ਬਾਜਵਾ 15 ਦੇ ਵਿੱਚ ਪ੍ਰਧਾਨ ਸੀਗੇ ਤਾਂ ਉਹਨਾਂ ਨੂੰ ਕੋਈ ਵੱਡਾ ਲੀਡਰ ਚਾਹੀਦਾ ਸੀਗਾ। ਇੱਥੋਂ ਵੀ ਥੋੜਾ ਜਿਹਾ ਹੋਰ ਪਿੱਛੇ ਜਾਈਏ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ 2002 ਦੇ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਸਾਹਮਣੇ ਆਏ, ਉਦੋਂ ਬੇਅੰਤ ਸਿੰਘ ਦੀ ਡੈਥ ਤੋਂ ਬਾਅਦ ਕੋਈ ਵੱਡਾ ਚਿਹਰਾ ਉਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ। ਇਸ ਕਰਕੇ ਅਕਾਲੀਆਂ ਦੇ ਵਿੱਚੋਂ ਆਇਆ ਬੰਦਾ ਔਰ ਅਕਾਲੀਆਂ ਦੇ ਵਿੱਚੋਂ ਆਏ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਔਰ ਉਹਨਾਂ ਨੂੰ ਸਾਰੇ ਪਾਵਰਸ ਜਿਹੜੀਆਂ ਸੀ ਦਿੱਤੀਆਂ ਗਈਆਂ, ਤੁਹਾਨੂੰ ਵੀ ਯਾਦ ਹੋਏਗਾ। ਇਸ ਕਰਕੇ ਤੁਸੀਂ ਦੇਖੋਗੇ ਕਿ ਜੇ ਸੱਤਾ ਹਾਸਲ ਕਰਨੀ ਹੈ, ਦੇਖੋ ਜੇ ਤਾਂ ਉਹਨਾਂ ਨੇ ਆਪਣੇ ਆਪ ਨੂੰ ਹਰਾਉਣਾ ਹੈ ਫਿਰ ਤਾਂ ਉਹ ਕੁਝ ਵੀ ਜੋ ਡਿਸੀਜਨ ਜੋ ਕੈਪਟਨ ਸਾਹਿਬ ਚਾਹੁੰਦੇ ਨੇ ਉਹ ਹੋ ਸਕਦਾ ਉਹ ਕਰ ਦੇਣ। ਪਰ ਜੇ ਉਹਨਾਂ ਨੂੰ ਲੱਗਦਾ ਹੈ ਕਿ 22 ਦੇ ਵਿੱਚ ਅਸੀਂ ਜਿੱਤਣਾ ਚਾਹੁੰਦੇ ਹਾਂ, ਪੰਜਾਬ ਨੂੰ ਦੁਬਾਰਾ ਸੱਤਾ ਦੇ ਵਿੱਚ ਜਿਹੜਾ ਹੈਗਾ ਆਉਣਾ ਚਾਹੁੰਦੇ ਹਾਂ, ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਜਿਹੜਾ ਹੈਗਾ ਗੁਜ਼ਾਰਾ ਨਹੀਂ ਹੈ। ਇਹ ਗੱਲ ਬਿਲਕੁਲ ਕਲੀਅਰ ਹੈ। ਨਵਜੋਤ ਸਿੰਘ ਸਿੱਧੂ ਵੀ ਉਹਨਾਂ ਨੂੰ ਚਾਹੀਦਾ ਹੋਏਗਾ, ਪ੍ਰਗਟ ਸਿੰਘ ਵਰਗੇ ਚਿਹਰੇ ਚਾਹੀਦੇ ਨੇ। ਪਰ ਜੇ ਆਪਾਂ ਕਹੀਏ ਕਿ ਪੁਰਾਣੇ ਚਿਹਰੇ ਲਿਆ ਕੇ ਜੇ ਉਹ ਅੱਗੇ ਕਰਨ, ਜਿਵੇਂ ਤੁਸੀਂ ਨਾਂ ਲਏ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਜਾਂ ਦੁੱਲੋ ਸਾਹਿਬ ਦਾ ਜਾਂ ਹੋਰ ਜਿਹੜੇ ਪੁਰਾਣੇ ਚਿਹਰੇ ਨੇ,
ਜੇ ਉਹਨਾਂ ਦੀ ਮੰਨੀ ਜਾਏਗੀ ਜਾਂ ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਪੰਜਾਬ ਦੇ ਵਿੱਚ 22 ਦੇ ਵਿੱਚ ਜਿੱਤਣਾ ਜਿਹੜਾ ਹੈਗਾ ਬਹੁਤ ਮੁਸ਼ਕਲ ਹੋ ਜਾਊਗਾ ਕਾਂਗਰਸ ਨੂੰ। ਇਸ ਕਰਕੇ ਨਵੇਂ ਚਿਹਰੇ ਉਹਨਾਂ ਨੂੰ ਲਿਆਉਣੇ ਪੈਣਗੇ ਜੇ ਉਹ ਜਿੱਤਣਾ ਚਾਹੁੰਦੇ ਨੇ। ਉਹਦੇ ਵਿੱਚ ਨਵੇਂ ਚਿਹਰਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਜਾਂ ਹੋਰ ਜਿਹੜੇ ਇਦਾਂ ਦੇ ਲੋਕ ਨੇ ਜਿਨ੍ਹਾਂ ਦਾ ਨਾਂ ਹੈ, ਜਿਨ੍ਹਾਂ ਦਾ ਆਪਣੇ ਆਪ 'ਚ ਇੱਕ ਸ਼ਖਸੀਅਤ ਨੇ ਔਰ ਪੂਰੇ ਵਰਲਡ ਦੇ ਵਿੱਚ ਜਿਹੜੇ ਜਾਣੇ ਜਾਂਦੇ ਨੇ, ਪੂਰੀ ਦੁਨੀਆ 'ਚ ਉਹਨਾਂ ਦਾ ਨਾਂ ਹੈ ਔਰ ਲੋਕ ਉਹਨਾਂ ਨੂੰ ਜਾਣਦੇ ਨੇ, ਤਾਂ ਤੁਹਾਨੂੰ ਇਦਾਂ ਦੇ ਚਿਹਰੇ ਲਿਆਉਣੇ ਪੈਣਗੇ। ਜੇ ਉਹ ਹਾਰਨਾ ਚਾਹੁੰਦੇ ਨੇ 22 ਦੀਆਂ ਚੋਣਾਂ ਤਾਂ ਲਾਜ਼ਮੀ ਤੌਰ ਤੇ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਫਿਰ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਪਿਛਲੀ ਕਹਾਣੀ ਜਿਹੜੀ ਹੈਗੀ ਹੈ ਉਹ ਦੁਹਰਾਈ ਜਾ ਸਕਦੀ ਹੈ, ਦੁੱਲੋ ਸਾਹਿਬ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ, ਚੰਨੀ ਸਾਹਿਬ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ। ਇਹ ਉਦਾਂ ਹੀ ਬਣ ਜਾਏਗਾ। ਫਿਰ ਤਾਂ ਹਰਾਉਣਾ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਨੂੰ ਬਹੁਤ ਆਸਾਨ ਹੋ ਜਾਏਗਾ। ਸੋ ਇਸ ਕਰਕੇ ਜੇਕਰ ਇੱਕੋ ਇੱਕ ਇਸ ਵੇਲੇ ਹੱਲ ਹੈ, ਜੇਕਰ ਵੱਡਾ ਡਿਸੀਜਨ ਹਾਈ ਕਮਾਂਡ ਲੈ ਸਕਦੀ ਹੈ ਤਾਂ ਉਹ ਹੈ ਕਿ 22 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੂੰ ਬਣਾਉਣਾ। ਸੋ ਤਾਂ ਹੀ ਜਿਹੜਾ ਹੈਗਾ ਜੇ ਫੈਸਲਾ ਹੁੰਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੇ ਕਾਮਯਾਬ ਹੁੰਦੀ ਹੈ ਹਾਈ ਕਮਾਂਡ, ਤਾਂ ਜਿਹੜਾ ਹੈਗਾ 22 ਦੇ ਵਿੱਚ ਸੰਭਾਵਨਾਵਾਂ ਬਣ ਸਕਦੀਆਂ ਨੇ। ਜੇ ਇੱਕ ਫੈਸਲਾ ਨਹੀਂ ਹੁੰਦਾ ਤਾਂ ਕਾਫੀ ਜਿਹੜਾ ਹੈਗਾ ਔਖਾ ਹੋਏਗਾ ਹਾਈ ਕਮਾਂਡ ਤੇ। ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਮੀਟਿੰਗਾਂ ਕਰ ਰਹੇ ਨੇ। ਆਪਣੇ ਸਿਸਟਮਾਂ ਫਾਰਮ ਹਾਊਸ ਦਾ ਜਿਹੜਾ ਦਰਵਾਜ਼ੇ ਉਹਨਾਂ ਦੇ ਵੱਲੋਂ ਖੁੱਲੇ ਖੋਲ ਦਿੱਤੇ ਗਏ ਨੇ ਕਿ ਆਓ ਭਾਈ, ਜਿਹੜਾ ਵਿਧਾਇਕ ਆਉਣਾ ਚਾਹੁੰਦਾ ਆਓ, ਮੰਤਰੀ ਆਉਣਾ ਚਾਹੁੰਦਾ ਆਓ, ਐਮਪੀਜ਼ ਆਉਣਾ ਚਾਹੁੰਦਾ ਆਓ। ਤਕਰੀਬਨ ਕੱਲ ਉਹਨਾਂ ਦੇ ਵੱਲੋਂ 16 ਹੋਰ ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਕਹਿੰਦੇ ਕਿ ਹੁਣ ਤਾਂ ਖੁੱਲੇ ਗੱਫੇ ਵੀ ਦਿੱਤੇ ਜਾ ਰਹੇ ਆ। ਕਹਿੰਦੇ ਅਫਸਰਸ਼ਾਹੀ ਨੂੰ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਈ ਸਾਡੇ ਨੁਮਾਇੰਦਿਆਂ ਦਾ ਸਤਿਕਾਰ ਕਰੋ, ਸਾਡੇ ਨੁਮਾਇੰਦਿਆਂ ਨੇ ਕੰਮ ਕਰੋ, ਕਿਸੇ ਦੇ ਕੰਮ ਦੇ ਵਿੱਚ ਕੋਈ ਅੜਚਨ ਨਹੀਂ ਆਉਣੀ ਚਾਹੀਦੀ। ਜਿਹੜਾ ਪਿਛਲੇ 4.5 ਸਾਲ ਨਹੀਂ ਹੋਇਆ ਉਹ ਅਚਾਨਕ ਕਿਉਂ ਹੋਣ ਲੱਗ ਗਿਆ? ਕੀ ਹੈ ਇਹਦੇ ਪਿੱਛੇ ਵਜ੍ਹਾ? ਕੈਪਟਨ ਅਮਰਿੰਦਰ ਸਿੰਘ ਕਿਉਂ ਦਰਵਾਜ਼ੇ ਖੋਲ ਦਿੱਤੇ ਉਹਨਾਂ ਦੇ ਵੱਲੋਂ? ਕਿਉਂ ਹੁਣ ਜਿਹੜੇ ਅਫਸਰ ਤੇ ਇਲਜ਼ਾਮ ਲੱਗਦੇ ਸੀਗੇ ਪਿਛਲੇ 4.5 ਸਾਲਾਂ ਤੋਂ ਕਿ ਭਾਈ ਸਾਡੀ ਅਫਸਰ ਸੁਣਦੇ ਨਹੀਂ, ਉਹਦੇ ਉੱਤੇ ਕੋਈ ਐਕਸ਼ਨ ਨਹੀਂ ਸੀ ਹੋ ਰਿਹਾ, ਪਰ ਹੁਣ ਯਕਦਮ ਕੀ ਗੱਲ ਹੈ ਕਿ ਪਰਿਸਥਿਤੀਆਂ ਹੁਣ ਬਦਲ ਗਈਆਂ? ਸੁਖਵਿੰਦਰ ਜੀ, ਆਪਾਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਹਾਂ ਕਿ ਇਹ ਜਿਹੜਾ 4.5 ਸਾਲ ਲੰਘੇ ਹੈ ਕਾਂਗਰਸ ਦੇ ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ, ਇਹਦੇ ਵਿੱਚ ਉਹਨਾਂ ਦੀ ਜਿਹੜੀ ਕਾਂਗਰਸ ਦੇ ਉੱਤੇ ਪਕੜ ਜਿਹੜੀ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਦੀ, ਉਹ ਪਕੜ ਨਹੀਂ ਰਹੀ ਜਿਵੇਂ 2002 ਔਰ 7 ਦੇ ਪੀਰੀਅਡ ਦੇ ਵਿੱਚ ਸੀਗੀ। ਇਸ ਕਰਕੇ ਕੀ ਹੋ ਗਿਆ ਕਿ ਇਹ ਪਕੜ ਹੌਲੀ ਹੌਲੀ ਢਿੱਲੀ ਹੁੰਦੀ ਗਈ ਔਰ ਸਮਾਂ ਆਉਂਦੇ ਆਉਂਦੇ ਇੰਨਾ ਖਿਲਾਰਾ ਪੈ ਗਿਆ ਕਿ ਇਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਉਹ ਹਾਈ ਕਮਾਂਡ ਕੋਲੇ ਚਲੀਆਂ ਗਈਆਂ ਔਰ ਖੜਗੇ ਕਮੇਟੀ ਬਣਾਉਣੀ ਪਈ ਔਰ ਸਾਰਾ ਜਿਹੜਾ ਹੈਗਾ ਖਿਲਾਰਾ ਪੈ ਗਿਆ। ਸੋ ਇਹਦਾ ਨਤੀਜਾ ਇਹ ਨਿਕਲਿਆ ਕਿ ਕੈਪਟਨ ਸਾਹਿਬ ਦਾ ਜਿਹੜਾ ਅਕਸ ਇਹਨਾਂ ਨੂੰ ਲੱਗਦਾ ਸੀਗਾ, ਜਿਹੜਾ ਆਪਾਂ ਬਾਰ-ਬਾਰ ਗੱਲ ਕਰਦੇ ਸੀ ਕਿ ਕੈਪਟਨ ਸਾਹਿਬ ਆਪਣੇ ਅਕਸ ਬਾਰੇ ਨਹੀਂ ਸਮਝ ਰਹੇ ਕਿ ਉਹਨਾਂ ਦੇ ਜਿਹੜੇ ਅਕਸ ਨੂੰ ਕਿੰਨੀ ਢਾਹ ਲੱਗ ਰਹੀ ਹੈ। ਸੋ ਇੱਕ ਕਿਸਮ ਦਾ ਉਹਨਾਂ ਦਾ ਹੰਕਾਰ ਜਿਹੜਾ ਸੀਗਾ ਬੋਲ ਰਿਹਾ ਸੀਗਾ। ਪਰ ਪਿਛਲੇ ਦਿਨਾਂ ਦੀਆਂ ਵਿੱਚ ਜਿਹੜੀਆਂ ਮੀਟਿੰਗਾਂ ਹੋਈਆਂ ਔਰ ਜਿਹੜੀਆਂ ਸ਼ਿਕਾਇਤਾਂ ਹਾਈ ਕਮਾਂਡ ਕੋਲੇ ਪਹੁੰਚੀਆਂ, ਉੱਥੋਂ ਉਹਨਾਂ ਨੂੰ ਅੰਦਾਜ਼ਾ ਹੋਇਆ ਕਿ ਇਹ ਤਾਂ ਗੱਲ ਵਿੱਚੋਂ ਕੁਝ ਹੋਰ ਹੀ ਹੋ ਰਹੀ ਹੈ। ਸੋ ਇਸ ਕਰਕੇ ਉਹਨਾਂ ਨੇ ਦਰਵਾਜ਼ੇ ਬੇਸ਼ੱਕ ਖੋਲਤੇ ਨੇ, ਬੇਸ਼ੱਕ ਅਫਸਰਸ਼ਾਹੀ ਨੂੰ ਕਹਿ ਦਿੱਤਾ ਹੈ, ਪਰ ਮੇਰਾ ਮੰਨਣਾ ਇਹ ਹੈ, ਮੇਰਾ ਨਿੱਜੀ ਤੌਰ ਤੇ ਵਿਚਾਰ ਇਹ ਹੈ ਕਿ ਹੁਣ ਦੇਰ ਬਹੁਤ ਹੋ ਚੁੱਕੀ ਹੈ। ਹੁਣ ਤਾਂ ਹਾਥੀ ਲੰਘ ਚੁੱਕੇ ਹੈ। ਹੁਣ ਤਾਂ ਜਿਹੜੀ ਮਾੜੀ ਮੋਟੀ ਪੂਛ ਹੈ ਉਹ ਅਟਕੀ ਹੋਈ ਹੈ ਔਰ ਇਹਦੇ ਵਿੱਚ ਜੇ ਉਹ ਆਪਾਂ ਨੂੰ ਸਮਝੀਏ ਕਿ ਉਹ ਆਪਣਾ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਹੁਣ ਸੰਭਵ ਨਹੀਂ ਹੈ। ਹੁਣ ਤਾਂ ਜਿਹੜਾ ਤੀਰ ਚੱਲਣਾ ਸੀ ਚੱਲ ਚੁੱਕਿਆ ਹੈ ਔਰ ਮੈਨੂੰ ਲੱਗਦਾ ਹੈ ਕਿ 22 ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਉਹ ਆਪਣੀ ਸੱਤਾ, ਜਿਹੜੀ ਰਾਜ ਸੱਤਾ ਹੈ, ਉਹ ਭੋਗਣਗੇ। ਉਸ ਤੋਂ ਬਾਅਦ ਹੋ ਸਕਦਾ ਹੈ ਕਿ ਨਵੇਂ ਚਿਹਰੇ, ਜੇ ਹਾਈ ਕਮਾਂਡ ਨੂੰ ਲੱਗਦਾ ਹੈ ਕਿ ਅਸੀਂ 22 ਦੇ ਵਿੱਚ ਦੁਬਾਰਾ ਆਉਣਾ ਚਾਹੁੰਦੇ ਹਾਂ ਤਾਂ ਨਵਾਂ ਚਿਹਰਾ ਹੀ ਜਿਹੜਾ ਹੈਗਾ ਅੱਗੇ ਆਏਗਾ। ਸੋ ਇਹ ਜਿਹੜੀ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਕਿ ਮੈਂ ਦੁਬਾਰਾ ਆ ਸਕਦਾ, ਇਦਾਂ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ, ਪਰ ਇਹਨੂੰ ਫਲ ਜਿਹੜੇ ਨਹੀਂ ਲੱਗਣ ਦੀ ਸੰਭਾਵਨਾ ਜ਼ਿਆਦਾ ਹੈ ਸੁਖਵਿੰਦਰ ਜੀ। ਸੋ ਇਸ ਕਰਕੇ 20 ਤਰੀਕ ਨਾਲ ਡੈਮੇਜ ਕੰਟਰੋਲ ਕੀਤਾ ਜਾ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਇਹੀ ਕੁਝ ਕਰਨ ਦੀ ਜੇਕਰ ਕੋਸ਼ਿਸ਼ ਕਰਦੇ ਨੇ ਕਿ ਇਹਦੇ ਵਿੱਚ ਕਾਮਯਾਬ ਹੋ ਸਕਦੇ ਆ ਕੈਪਟਨ ਅਮਰਿੰਦਰ ਸਿੰਘ? ਦੇਖੋ, ਮੈਂ ਉਹੀ ਕਹਿਣਾ ਕਿ ਬਹੁਤ ਮੁਸ਼ਕਿਲ ਹੈ ਇਸ ਵੇਲੇ। ਚੀਜ਼ਾਂ ਜਿਹੜੀਆਂ ਨੇ ਬਹੁਤ ਬਦਲ ਚੁੱਕੀਆਂ ਨੇ, ਚੇਂਜ ਆ ਚੁੱਕੀ ਹੈ। ਖਾਸ ਤੌਰ ਤੇ ਦੋ ਗੱਲਾਂ ਜਿਹੜੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਦੀ ਸਾਈਕੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਹੈ ਕਿਸਾਨੀ ਦਾ ਸੰਘਰਸ਼, ਕਿਉਂਕਿ ਪਤਾ ਹੈ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੀ ਕਿਸਾਨੀ ਨੇ ਇੱਕ ਵੱਡਾ ਰੋਲ ਜਿਹੜਾ ਹੈਗਾ ਕਿਸਾਨ ਸੰਘਰਸ਼ ਦੇ ਵਿੱਚ ਅਦਾ ਕੀਤਾ ਹੈ। ਔਰ ਦੂਜਾ ਹੈ ਕਿ ਜਿਹੜੀ ਕਰੋਨਾ ਦੀ ਮਹਾਮਾਰੀ, ਇਹਨਾਂ ਦੋਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸਾਨ ਚਾਹੇ ਹੋਣ ਚਾਹੇ ਕਰੋਨਾ ਦੀ ਮਹਾਮਾਰੀ ਹੋਵੇ, ਉਹਦੇ ਵਿੱਚ ਕੈਪਟਨ ਸਾਹਿਬ ਦੀ ਜਿਹੜੀ ਭੂਮਿਕਾ ਹੈ ਕੋਈ ਬਹੁਤੀ ਆਪਾਂ ਇਹ ਕਹੀਏ ਕਿ ਸਾਜ਼ਗਾਰ ਨਹੀਂ ਰਹੀ। ਨਾ ਉਹ ਗਰਾਊਂਡ ਜ਼ੀਰੋ ਤੇ ਆਏ ਨੇ, ਨਾ ਉਹ ਸਿੱਧੇ ਤੌਰ ਤੇ ਜਿਹੜਾ ਹੈਗਾ
ਕਿਸਾਨੀ ਸੰਘਰਸ਼ ਨੂੰ ਉਹਨਾਂ ਦਾ ਕੋਈ ਫਾਇਦਾ ਹੋ ਸਕਿਆ। ਸੋ ਇਸ ਕਰਕੇ ਪਰ ਜਿਹੜੀ ਪੰਜਾਬ ਦੀ ਜਿਹੜੀ ਜਨਤਾ ਹੈ, ਪੰਜਾਬ ਦੇ ਲੋਕ ਨੇ, ਉਹ ਬਹੁਤ ਬਦਲ ਚੁੱਕੇ ਨੇ, ਬਹੁਤ ਚੇਤਨ ਹੋ ਚੁੱਕੇ ਨੇ। ਤੁਸੀਂ ਦੇਖਿਆ ਹੋਵੇਗਾ ਕਿ ਇਸ ਵੇਲੇ ਚਾਹੇ ਉਹ ਬੀਜੇਪੀ ਦੀ ਲੀਡਰਸ਼ਿਪ ਹੋਵੇ, ਚਾਹੇ ਅਕਾਲੀਆਂ ਦੀ ਲੀਡਰਸ਼ਿਪ ਹੋਵੇ, ਚਾਹੇ ਉਹ ਕਾਂਗਰਸੀਆਂ ਦੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਦਾ ਵਿਰੋਧ ਲਗਾਤਾਰ ਪੰਜਾਬ ਦੇ ਵਿੱਚ ਹੋ ਰਿਹਾ ਹੈ। ਚਾਹੇ ਤੁਸੀਂ ਹਰ ਤਰ੍ਹਾਂ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਪੰਜਾਬ ਦੇ ਲੋਕ। ਸੋ ਉੱਥੋਂ ਤੁਹਾਨੂੰ ਆਈਡੀਆ ਹੋ ਸਕਦਾ ਹੈ ਕਿ ਪੰਜਾਬ ਇਸ ਵੇਲੇ ਇੱਕ ਨਵੀਂ ਚੇਤਨਾ ਦੇ ਵਿੱਚੋਂ ਉੱਭਰ ਰਿਹਾ ਹੈ। ਔਰ ਉਹਦੇ ਵਿੱਚ 22 ਦੇ ਵਿੱਚ ਜੇ ਆਪਾਂ ਕਹੀਏ ਕਿ ਪੁਰਾਣੇ ਚਿਹਰੇ, ਪੁਰਾਣੇ ਮਾਡਲ ਦੇ ਨਾਲ ਜਾਂ ਪੁਰਾਣੇ ਵਿਚਾਰਾਂ ਦੇ ਨਾਲ ਸੱਤਾ ਹਾਸਲ ਹੋ ਜਾਊਗੀ, ਇਹ ਨਹੀਂ ਹੋਏਗੀ। ਇਸ ਵੇਲੇ ਪੰਜਾਬ ਨਵੇਂ ਦੌਰ ਚੋਂ ਗੁਜ਼ਰ ਰਿਹਾ ਹੈ, ਨਵੀਂ ਚੇਤਨਾ ਚੋਂ ਗੁਜ਼ਰ ਰਿਹਾ ਹੈ। ਇਸ ਚੇਤਨਾ ਨੂੰ ਸਮਝ ਕੇ ਹੀ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਸਮਝਿਆ ਜਾ ਸਕਦਾ ਹੈ ਔਰ 22 ਦੀ ਜਿਹੜੀ ਤਿਆਰੀ ਕੀਤੀ ਜਾ ਸਕਦੀ ਹੈ। ਜਿਹੜੀ ਵੀ ਪਾਰਟੀ ਇਸ ਚੇਤਨਾ ਨੂੰ ਨਹੀਂ ਸਮਝੇਗੀ, ਇਸ ਚੀਜ਼ ਨਾਲ ਨਹੀਂ ਜੁੜੇਗੀ, ਉਹ ਹੌਲੀ ਹੌਲੀ ਫੇਲ ਹੋ ਜਾਏਗੀ, ਲੋਕਾਂ ਤੋਂ ਦੂਰ ਹੁੰਦੀ ਜਾਏਗੀ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ, ਉਮੀਦ ਇਹ ਕੀਤੀ ਜਾਣੀ ਚਾਹੀਦੀ ਆਪਾਂ ਨੂੰ ਕਿ 20 ਦੀ ਮੀਟਿੰਗ ਹੈ ਸੋਨੀਆ ਜੀ ਨਾਲ, ਇਹਨਾਂ ਦੋਵਾਂ ਲੀਡਰਾਂ ਦੀ, ਆਪਾਂ ਉੱਥੇ ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਉੱਥੇ ਹੀ ਆਉਣੇ ਆ ਕਿ 20 ਤਰੀਕ ਨੂੰ ਇਹ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਇੱਕ ਵੱਡਾ ਫੈਸਲਾ ਜਿਹੜੀ ਹੈਗੀ ਹੈ ਪੰਜਾਬ ਦੀ ਜਿਹੜੀ ਹੈਗੀ ਹੈ ਪੰਜਾਬ ਦੀ ਕਾਂਗਰਸ ਬਾਰੇ ਹਾਈ ਕਮਾਂਡ ਕਰੇਗੀ। ਔਰ ਇਹੀ ਪੰਜਾਬ ਦੇ ਲੋਕਾਂ ਨੂੰ ਚੰਗੇ ਹੋਣ ਦੀ ਉਮੀਦ ਹੈ। ਔਰ ਚੰਗਾ ਜੇ ਕੰਪੀਟੀਸ਼ਨ ਚੰਗਾ ਹੋਏਗਾ ਤਾਂ ਉਹਦੇ ਵਿੱਚੋਂ ਇੱਕ ਚੰਗੀ ਸਰਕਾਰ ਜਿਹੜੀ ਹੈਗੀ ਹੈ ਬਣ ਸਕਦੀ ਹੈ ਔਰ ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕਦਾ ਹੈ, ਪੰਜਾਬੀਆਂ ਦਾ ਭਲਾ ਹੋ ਸਕਦਾ ਹੈ ਔਰ ਪੰਜਾਬ ਵੱਡੇ ਸੰਕਟਾਂ ਚੋਂ ਨਿਕਲ ਸਕਦਾ ਹੈ। ਸੁਖਵਿੰਦਰ ਜੀ, ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਜਿਹੜੇ ਪੇਸ਼ ਕੀਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਜਿਹੜੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।